ਕੀ ਫਰਕ ਹੈਗਾ ਮੈਂ ਐਮਐਲਏ ਹੋਣ ਤੇ ਮੰਤਰੀ ਹੋਣ ਚ? ਇਹ ਸਿਰਫ ਅਹੁਦਾ ਨਹੀਂ ਹੈ, ਜ਼ਿੰਮੇਵਾਰੀ ਹੈ। ਟੀਚਰਾਂ ਵਾਲਾ ਕਿਵੇਂ ਕਰੋਗੇ? ਮਤਲਬ ਕਿਉਂਕਿ ਟੀਚਰ ਵਾਰ-ਵਾਰ ਸੜਕਾਂ ਤੇ ਆਉਂਦੇ ਨੇ, ਕਦੇ ਨਹਿਰਾਂ ਛਾਲ ਮਾਰਦੇ ਨੇ। ਮੈਂ ਇਹ ਸਾਰੀਆਂ ਬੇਸਿਕਲੀ ਜਥੇਬੰਦੀਆਂ ਨਾਲ ਲਗਭਗ ਅੱਧੀਆਂ ਕੁ ਨਾਲ ਮਿਲ ਲਿਆ, ਅੱਧੀਆਂ ਕੁ ਨਾਲ ਇੱਕ ਅੱਧੇ ਦਿਨ 'ਚ ਮੈਂ ਮਿਲ ਲੈਣਾ ਹੈਗਾ, ਕਿਉਂਕਿ ਸਾਡੇ ਕੋਲ 10,000 ਦੀ ਭਰਤੀ ਆਲਮੋਸਟ ਹੋਈ ਪਈ ਆ। ਉਹਦੇ ਵਿੱਚ 150 ਬੰਦੇ ਨੇ ਕੋਈ ਰਿਟ ਪਾਈ ਹੈਗੀ ਆ। ਸੋ ਉਹ ਕੋਸ਼ਿਸ਼ ਕਰਦੇ ਆ ਵੀ ਅਸੀਂ 150 ਪੋਸਟ ਰੱਖ ਲੈਂਦੇ ਆ, ਲੇਕਿਨ ਬਾਕੀ 10,000 ਦੀ ਭਰਤੀ ਤਾਂ ਹੋ ਜਾਵੇ। ਕਿਉਂਕਿ ਜਿਹੜਾ ਪੰਜਾਬੀ ਆ ਉਹਦੀ ਇੱਕ ਸਾਈਕੀ ਤਾਂ ਹੈਗੀ ਆ ਵੀ ਉਹਦੇ ਕੋਲ ਪਿਆਰ ਨਾਲ ਜਿੰਨਾ ਕੰਮ ਲੈ ਲਓ ਉਹ ਜ਼ਿਆਦਾ ਬਿਹਤਰ ਕੰਮ ਕਰਦਾ ਹੈ। ਤੁਸੀਂ ਖੁਦ ਸਪੋਰਟਸਮੈਨ ਰਹੇ ਹੋਗੇ, ਤੁਹਾਨੂੰ ਕੀ ਲੱਗਦਾ 3 ਮਹੀਨੇ ਨੇ ਕੁਛ ਇਹੋ ਜਿਹਾ ਹੋਏਗਾ ਰਿਮਾਰਕੇਬਲ ਜਿਹੜਾ ਪੰਜਾਬ ਯਾਦ ਕਰੇਗਾ? ਨਹੀਂ, ਇਹਨੂੰ ਇੱਕ ਤਾਂ ਉਸ ਲਾਈਨ ਤੇ ਲੈ ਕੇ ਆਉਣਾ, ਦੂਸਰਾ ਇਹ ਆ ਕਿ ਮਾਹੌਲ ਬਣਾਉਣਾ, ਕਿਉਂਕਿ ਇਹਨਾਂ 3 ਮਹੀਨਿਆਂ ਦੇ ਵਿੱਚ ਤਾਂ ਮੈਂ ਮਾਹੌਲ ਬਣਾ ਸਕਦਾ ਵੀ ਹਾਂ ਵੀ ਪੰਜਾਬ ਨੇ ਕਿੱਧਰ ਨੂੰ ਤੁਰਨਾ ਹੈਗਾ। ਬਹੁਤਾ ਬੈਕਗਰਾਊਂਡ ਤੇ ਨਹੀਂ ਜਾਂਦਾ, ਪਰ ਸਾਡੇ ਬੱਚਿਆਂ ਨੂੰ ਜਿਹੜੇ ਸਾਡਾ 350 400 ਸੈਂਟਰ ਵੀ ਆ, ਉਹਦੇ ਵਿੱਚ ਵੀ ਕੁਛ ਪਿਛਲੇ 3-4 ਸਾਲਾਂ 'ਚ ਮਿਲਿਆ ਨਹੀਂ ਹੈ। ਪਿਛਲੀ ਸਰਕਾਰ ਨੇ ਕੁਝ ਨਹੀਂ ਕੀਤਾ, ਯਾਨੀ ਕੈਪਟਨ ਜਾਂ ਆਪਾਂ ਨੂੰ ਯਾਦਵਿੰਦਰ ਇਸ ਗੱਲ ਦੀ ਸਮਝ ਹੈਗੀ ਆ, ਬੱਚਿਆਂ ਨੂੰ ਤਾਂ ਜਿਹੜੇ ਬੇਸਿਕ ਇਕੁਇਪਮੈਂਟ ਆ ਉਹਨਾਂ ਦੀ ਹੈਗੀ ਆ, ਕਿੱਟ ਹੈਗੀ ਆ ਉਹਨਾਂ ਦਾ, ਉਹ ਸਾਰੀਆਂ ਚੀਜ਼ਾਂ ਉਹ ਤਾਂ ਮੈਂ ਪ੍ਰਾਇਰਟੀ ਤੇ 15-20 ਦਿਨ ਮਹੀਨੇ ਦੇ ਵਿੱਚ ਦੇਣੀਆਂ ਪੈ। ਪ੍ਰਗਟ ਜੀ, ਤੁਸੀਂ ਮੰਤਰੀ ਬਣੇ ਹੋਗੇ, ਸਪੋਰਟਸ ਮਿਨਿਸਟਰ ਹੋ ਤੁਸੀਂ, ਐਜੂਕੇਸ਼ਨ, ਇੱਕ ਐਮਐਲਏ ਤੇ ਹੁਣ 4-5 ਹਫ਼ਤਾ ਤਾਂ ਹੋ ਹੀ ਗਿਆ ਤੁਹਾਨੂੰ। ਕੀ ਫਰਕ ਹੈਗਾ ਮੈਂ ਐਮਐਲਏ ਹੋਣ ਤੇ ਮੰਤਰੀ ਹੋਣ ਚ? ਇਹ ਸਿਰਫ ਅਹੁਦਾ ਨਹੀਂ ਹੈ, ਜ਼ਿੰਮੇਵਾਰੀ ਆ। ਕਿਉਂਕਿ ਐਜੂਕੇਸ਼ਨ ਇੱਕ ਲੌਂਗ ਟਰਮ ਪਲਾਨ ਹੈ, ਜਿਹਦੇ ਵਿੱਚ ਅਸੀਂ ਗਰਾਊਂਡ ਰਿਐਲਿਟੀ ਤੇ ਕੀ ਕਰ ਸਕਦੇ ਹਾਂ। ਜਿਹੜੀ ਸਾਡੀ ਹਾਇਰ ਐਜੂਕੇਸ਼ਨ ਆ, ਕਿਉਂਕਿ ਸਾਡੇ ਬੱਚਿਆਂ ਨੂੰ ਡਿਗਰੀ ਮਿਲ ਜਾਂਦੀ ਆ, ਲੇਕਿਨ ਡਿਮਾਂਡ ਐਂਡ ਸਪਲਾਈ 'ਚ ਗੈਪ ਹੈਗਾ, ਅਸੀਂ ਸਮੇਂ ਦੇ ਉਹਨਾਂ ਨੂੰ ਹਾਣੀ ਨਹੀਂ ਬਣਾ ਰਹੇ। ਉਹਦੇ ਕਰਕੇ ਮੈਂ ਐਕਸਪਰਟ ਕਮੇਟੀਜ਼ ਜਿਹੜੀਆਂ ਕੱਲ੍ਹ ਡਿਪਾਰਟਮੈਂਟਸ ਦੀ ਮੀਟਿੰਗ ਕੀਤੀਆਂ, ਉਹਦੀਆਂ ਐਕਸਪਰਟ ਕਮੇਟੀ ਕਿ ਜਿਹੜੇ ਇਸ ਫੀਲਡ ਦੇ ਐਕਸਪਰਟਸ ਹੈਗੇ ਆ, ਮੈਨੂੰ ਐਂ ਲੱਗਦਾ ਕਿ ਬਿਊਰੋਕਰੈਟ ਤੇ ਪੋਲੀਟੀਸ਼ੀਅਨ ਦੇ ਵਿੱਚ ਐਕਸਪਰਟਸ ਕਮੇਟੀ ਦਾ ਹੋਣਾ ਜ਼ਰੂਰੀ ਆ, ਕਿਉਂਕਿ ਜਿਹਦੀ 40-50 ਸਾਲ ਦੀ ਐਕਸਪੀਰੀਅੰਸ ਹੈਗਾ, ਜੇ ਅਸੀਂ ਉਹਨਾਂ ਕੋਲੋਂ ਕੋਈ ਸਲਾਹ ਲੈਾਂਗੇ, ਮੈਨੂੰ ਤਾਂ ਕੋਈ ਸੰਗ ਨਹੀਂ ਹੈ, ਕਿਉਂਕਿ ਜੋ ਉਹਨਾਂ ਦੀ ਸਲਾਹ ਹੋ ਸਕਦੀ ਉਹ ਮੇਰੀ ਨਹੀਂ ਹੋ ਸਕਦੀ, ਕਿਉਂਕਿ ਮੇਰਾ ਉਸ ਲੈਵਲ ਦਾ, ਉਸ ਸਪੀਡ ਦਾ ਇੰਨਾ ਤਜਰਬਾ ਨਹੀਂ ਹੈਗਾ। ਸੋ ਵੀ ਵਿਲ ਕੰਬਾਈਨਡਲੀ ਸਿਟ ਟੂਗੈਦਰ ਕਿ ਇਹਦਾ ਰੋਡ ਮੈਪ ਕੀ ਹੋਣਾ ਚਾਹੀਦਾ, ਇਹਦੇ ਵਿੱਚ ਕਿਹੜੀਆਂ ਚੇਂਜਸ ਦੀ ਜ਼ਰੂਰਤ ਹੈਗੀ ਆ, ਇਹਦੇ ਗਰਾਊਂਡ ਲੈਵਲ ਦੇ ਸਰਵੇ ਕੀ ਹੈਗੇ ਆ, ਸਾਨੂੰ ਡਿਮਾਂਡ, ਕਿਉਂਕਿ ਜੇ ਡਿਮਾਂਡ ਹੈਗੀ ਤਾਂ ਹੀ ਸਪਲਾਈ ਦਾ ਫਾਇਦਾ ਹੈਗਾ। ਜੇ ਅਸੀਂ ਸਪਲਾਈ ਸਿੱਟੀ ਜਾਵਾਂਗੇ, ਸਾਡੇ ਬੱਚਿਆਂ ਨੂੰ ਜੌਬ ਨਹੀਂ ਮਿਲੂਗੀ। ਇੰਪਲੋਏਬਿਲਿਟੀ, ਉਹ ਕੋਰਸਿਸ ਕਰਾਈਏ ਜਿਹਦੇ ਨਾਲ ਇੰਪਲੋਏਬਿਲਿਟੀ ਹੋਵੇ, ਜਿਹੜਾ ਬੱਚਾ ਮਾਰਕੀਟ ਦੇ ਵਿੱਚ ਜਾਵੇ ਤਾਂ ਉਹਨੂੰ ਕਮ ਸੇ ਕਮ ਆਪਣੀ ਰੋਜ਼ੀ ਰੋਟੀ ਜੋਗਾ ਤਾਂ ਉਹ ਹੋ ਸਕਦਾ ਹੋਵੇ। ਉਹਨੂੰ ਇਕੱਲਾ ਇੰਜੀਨੀਅਰ ਬਣਾ ਕੇ ਆਪਾਂ ਕੀ ਕਰਾਂਗੇ? ਟੀਚਰਾਂ ਵਾਲਾ ਕਿਵੇਂ ਕਰੋਗੇ? ਮਤਲਬ ਕਿਉਂਕਿ ਟੀਚਰ ਵਾਰ-ਵਾਰ ਸੜਕਾਂ ਤੇ ਆਉਂਦੇ ਨੇ, ਕਦੇ ਨਹਿਰਾਂ ਛਾਲ ਮਾਰਦੇ ਨੇ, ਕਦੇ। ਮੈਂ ਇਹ ਸਾਰੀਆਂ ਬੇਸਿਕਲੀ ਜਥੇਬੰਦੀਆਂ ਨਾਲ ਲਗਭਗ ਅੱਧੀਆਂ ਕੁ ਨਾਲ ਮਿਲ ਲਿਆ, ਅੱਧੀਆਂ ਕੁ ਨਾਲ ਇੱਕ ਅੱਧੇ ਦਿਨ 'ਚ ਮੈਂ ਮਿਲ ਲੈਣਾ ਹੈਗਾ, ਔਰ ਜੋ ਉਹਦੇ 'ਚ ਹੋ ਸਕਦਾ ਇਹਦੇ ਵਿੱਚ, ਕਿਉਂਕਿ ਸਾਡੇ ਕੋਲ 10,000 ਦੀ ਭਰਤੀ ਆਲਮੋਸਟ ਹੋਈ ਪਈ ਆ, ਉਹਦੇ ਵਿੱਚ 150 ਬੰਦੇ ਨੇ ਕੋਈ ਰਿਟ ਪਾਈ ਹੈਗੀ ਆ। ਸੋ ਉਹ ਕੋਸ਼ਿਸ਼ ਕਰਦੇ ਆ ਵੀ ਅਸੀਂ 150 ਪੋਸਟ ਰੱਖ ਲੈਂਦੇ ਆ, ਲੇਕਿਨ ਬਾਕੀ 10,000 ਦੀ ਭਰਤੀ ਤਾਂ ਹੋ ਜਾਵੇ। ਸੋ ਇਸੇ ਤਰ੍ਹਾਂ ਹੀ ਸਾਡੀਆਂ ਕੁਛ ਹੋਰ ਜਿਹੜੇ ਲਾਇਬ੍ਰੇਰੀਅਨ ਆ ਜਾਂ ਕੁਛ ਹੋਰ ਹੈਗੀ ਆ, ਕੁਛ ਪ੍ਰੋਸੈਸ ਦੇ ਵਿੱਚ ਹੈਗੀ ਆ, ਕੁਛ ਆਲਰੇਡੀ ਹੋ ਚੁੱਕੀਆਂ ਹੈਗੀਆਂ। ਸੋ ਉਹਦੇ ਵਿੱਚ ਜਿਹੜੀਆਂ ਟੈਕਨੀਕਲ ਜਾਂ ਲੀਗਲ ਅੜਚਨਾਂ ਹੈਗੀਆਂ, ਉਹਨੂੰ ਦੂਰ ਕਰਕੇ ਮੇਰੀ ਇਹ ਕੋਸ਼ਿਸ਼ ਹੈਗੀ ਆ ਕਿ ਜਿਹੜਾ 15 ਤੋਂ 20,000 ਨਵਾਂ ਟੀਚਰ ਆ, ਔਰ ਦੂਸਰਾ ਇਹ ਹੈ ਕਿ ਜਿਹੜੀਆਂ ਟਰਾਂਸਫਰ ਹੈਗੀਆਂ, ਟਰਾਂਸਫਰ ਬਿਲਕੁਲ ਨਹੀਂ, ਕਿਉਂਕਿ ਮਿਡ ਸੀਜ਼ਨ ਹੈਗਾ, ਮਿਡ ਸੀਜ਼ਨ ਦੇ ਵਿੱਚ ਮੈਂ ਤਾਂ ਬਿਲਕੁਲ ਇਹ ਸਾਡੇ ਬੱਚੇ ਆ, ਸਾਡੇ ਟੀਚਰ ਹੈਗੇ ਆ, ਤਾਂ ਕਿ ਇਹ ਵੀ ਕੰਫਰਟੇਬਲ ਰਹਿਣ। ਜਦੋਂ ਇਹ ਕੰਫਰਟੇਬਲ ਰਹਿਣਗੇ ਤਾਂ ਮੈਨੂੰ ਲੱਗਦਾ ਕਿ ਇਹ ਬੱਚਿਆਂ ਨੂੰ ਬੈਟਰ, ਕਿਉਂਕਿ ਜਿਹੜਾ ਪੰਜਾਬੀ ਆ ਉਹਦੀ ਇੱਕ ਸਾਈਕੀ ਤਾਂ ਹੈਗੀ ਆ ਵੀ ਉਹਦੇ ਕੋਲ ਪਿਆਰ ਨਾਲ ਜਿੰਨਾ ਕੰਮ ਲੈ ਲਓ ਉਹ ਜ਼ਿਆਦਾ ਬਿਹਤਰ ਕੰਮ ਕਰਦਾ ਹੈਗਾ। ਸੋ ਮੈਂ ਤਾਂ ਦੇਖੋ, ਜਿਹੜੀ ਫਰਮ ਚੀਜ਼ ਹੈਗੀ ਉੱਥੇ ਫਰਮ ਵੀ ਹੈਗਾ, ਜਿੱਥੇ ਪਿਆਰ ਨਾਲ ਗੱਲ ਕਰਨ ਵਾਲੀ, ਕਿਉਂਕਿ ਇਹ ਬੱਚਿਆਂ ਦੇ ਫਿਊਚਰ ਦੀ ਗੱਲ ਹੈਗੀ ਆ। ਕਿਉਂਕਿ ਕਿਸੇ ਦੂਸਰੇ ਬੰਦੇ ਤੇ ਕੰਮ ਕਰਕੇ ਤੇ ਉਹਦੀ ਉਸ ਕੁਆਲਿਟੀ ਨੂੰ ਤਰਾਸ਼ ਕੇ ਅੱਗੇ ਲੈ ਕੇ ਜਾਣਾ, ਉਹ ਬੇਸਿਕਲੀ ਟੀਚਰ ਤੇ ਪੇਰੈਂਟ ਦਾ ਕੰਮ ਆ। ਸੋ ਈਵਨ ਕਿ ਕਈ ਵਾਰੀ ਤਾਂ ਟੀਚਰ ਕੋਲ ਬੱਚਾ ਵੱਧ ਰਹਿੰਦਾ ਹੈਗਾ, ਪੇਰੈਂਟਸ ਕੋਲ ਘੱਟ ਰਹਿੰਦਾ ਹੈਗਾ। ਸੋ ਇਸ ਕਰਕੇ ਅਸੀਂ ਇਹ ਬੱਚਿਆਂ ਨੂੰ ਕਿੱਦਾਂ ਸ਼ੇਪ ਅਪ ਕਰਨਾ ਹੈਗਾ, ਉਹਦੇ ਲਈ ਕਿਹੜੇ ਪੈਰਾਮੀਟਰਸ ਵਰਲਡ ਓਵਰ ਚਾਹੀਦੇ ਆ, ਤਾਂ ਕਿ ਮੈਂ ਇਹ ਵੀ ਨਹੀਂ ਕਹਿੰਦਾ ਕਿ ਉਹ ਸਿਰਫ ਸਾਡੀ ਪੰਜਾਬ ਦੀ ਜੌਬ ਲਈ ਬੱਚਾ ਤਿਆਰ ਹੋਵੇ, ਉਹ ਮਾਰਕੀਟ 'ਚ ਜਾਵੇ, ਲੇਕਿਨ ਉਹਦੇ ਕੋਲ ਉਨੀ ਸਕਿੱਲ ਜਾਂ ਉਨੀ ਐਜੂਕੇਸ਼ਨ ਤਾਂ ਹੋਵੇ ਨਾ ਵੀ ਉਹ ਮਾਰਕੀਟ 'ਚ ਕੰਪੀਟ ਕਰਕੇ ਤੇ ਆਪਣੀ ਰੋਜ਼ੀ ਰੋਟੀ ਲਈ ਤੇ ਆਪਣੀ ਸਥਾਨ ਜਿਹੜਾ ਬਣਾ ਸਕੇ। ਐਜ਼ ਸਪੋਰਟਸ, ਕਿਉਂਕਿ ਤੁਸੀਂ ਖੁਦ ਸਪੋਰਟਸਮੈਨ ਰਹੇ ਹੋਗੇ, ਤੁਹਾਨੂੰ ਕੀ ਲੱਗਦਾ 3 ਮਹੀਨੇ ਨੇ ਕੁਛ ਇਹੋ ਜਿਹਾ ਹੋਏਗਾ ਰਿਮਾਰਕੇਬਲ ਜਿਹੜਾ ਪੰਜਾਬ ਯਾਦ ਕਰੇਗਾ? ਨਹੀਂ, ਇਹਨੂੰ ਇੱਕ ਤਾਂ ਉਸ ਲਾਈਨ ਤੇ ਲੈ ਕੇ ਆਉਣਾ, ਦੂਸਰਾ ਇਹ ਆ ਕਿ ਮਾਹੌਲ ਬਣਾਉਣਾ।
ਕਿਉਂਕਿ ਇਹਨਾਂ 3 ਮਹੀਨਿਆਂ ਦੇ ਵਿੱਚ ਤਾਂ ਮੈਂ ਮਾਹੌਲ ਬਣਾ ਸਕਦਾ ਵੀ ਹਾਂ ਵੀ ਪੰਜਾਬ ਨੇ ਕਿੱਧਰ ਨੂੰ ਤੁਰਨਾ ਹੈਗਾ। ਲੇਕਿਨ ਅਨਫੋਰਚੂਨੇਟਲੀ ਮੈਂ ਇਹ ਬਹੁਤਾ ਬੈਕਗਰਾਊਂਡ ਤੇ ਨਹੀਂ ਜਾਂਦਾ, ਪਰ ਸਾਡੇ ਬੱਚਿਆਂ ਨੂੰ ਜਿਹੜੇ ਸਾਡਾ 350 400 ਸੈਂਟਰ ਵੀ ਆ, ਉਹਦੇ ਵਿੱਚ ਵੀ ਕੁਝ ਪਿਛਲੇ 3-4 ਸਾਲਾਂ 'ਚ ਮਿਲਿਆ ਨਹੀਂ ਹੈਗਾ। ਸੋ ਮੈਨੂੰ ਲੱਗਦਾ ਉਹਨਾਂ ਨੂੰ ਤਾਂ ਪਿਛਲੀ ਸਰਕਾਰ ਨੇ ਕੁਝ ਨਹੀਂ ਕੀਤਾ, ਯਾਨੀ ਕੈਪਟਨ ਜਾਂ ਚਲੋ ਆਪਾਂ ਨੂੰ ਯਾਦਵਿੰਦਰ ਇਸ ਗੱਲ ਦੀ ਸਮਝ ਹੈਗੀ ਆ, ਬਟ ਮੈਂ ਇਹ ਫੀਲ ਕਰਦਾ ਹੈਗਾ, ਮੈਂ ਕੱਲ ਵੀ ਮੀਟਿੰਗ ਲਈ ਆ ਕਿ ਜਿਹਦੇ ਵਿੱਚ ਸਾਡਾ ਉਹ 350-400 ਸੈਂਟਰ ਜਿਹੜਾ ਆ, ਉਹਨਾਂ ਬੱਚਿਆਂ ਨੂੰ ਤਾਂ ਜਿਹੜੇ ਬੇਸਿਕ ਇਕੁਇਪਮੈਂਟ ਆ, ਉਹਨਾਂ ਦੀ ਹੈਗੀ ਆ, ਕਿੱਟ ਹੈਗੀ ਆ, ਉਹਨਾਂ ਦਾ ਉਹ ਸਾਰੀਆਂ ਚੀਜ਼ਾਂ ਉਹ ਤਾਂ ਮੈਂ ਪ੍ਰਾਇਰਟੀ ਤੇ 15-20 ਦਿਨ ਮਹੀਨੇ ਦੇ ਵਿੱਚ ਦੇਣੀਆਂ ਪੈ ਕਿੱਟਾਂ ਨਹੀਂ ਗਈਆਂ ਪਿਛਲੇ 4.5 ਸਾਲ ਤੋਂ, ਨਹੀਂ ਗਈਆਂ। ਕੀ ਮਤਲਬ ਇਹਦੇ ਤੋਂ ਬਿਨਾਂ ਕੀ ਮਤਲਬ ਮੈਂ ਕਹਿ ਰਿਹਾਗਾ ਇਹ ਤੋਂ ਬਿਨਾਂ ਤਾਂ ਮੈਂ ਮਾਹੌਲ ਜਿਹੜਾ ਆ, ਕਿਉਂਕਿ ਐਜੂਕੇਸ਼ਨ ਮੈਂ ਦੇਖੋ ਐਜੂਕੇਸ਼ਨ ਤੇ ਸਪੋਰਟਸ, ਕਿਉਂਕਿ ਅਲਟੀਮੇਟਲੀ ਬੱਚੇ ਨੇ ਪੜ੍ਹਨਾ ਵੀ ਆ, ਖੇਡਣਾ ਵੀ ਆ, ਉਹਨੇ ਬਾਅਦ 'ਚ ਕਾਲਜ 'ਚ ਜਾਣਾ, ਪੜ੍ਹਨਾ ਵੀ ਆ, ਖੇਡਣਾ ਵੀ ਆ। ਸੋ ਉਹਦੀ ਕੰਟੀਨਿਊਟੀ ਦੇ ਵਿੱਚ ਤਾਂ ਹੀ ਮੈਂ ਕਿਹਾ ਵੀ ਇੱਕ ਸਕੂਲ ਲੈਵਲ ਤੇ ਕਮੇਟੀ, ਇੱਕ ਕਾਲਜ ਲੈਵਲ ਤੇ ਕਮੇਟੀ, ਇੱਕ ਇਹਨਾਂ ਦੀ ਓਵਰਆਲ ਕਮੇਟੀ ਕਿ ਹਾਂ ਵੀ ਇਹ ਰੋਡ ਮੈਪ ਕੀ ਹੋਣਾ ਚਾਹੀਦਾ ਤਾਂ ਕਿ ਬੱਚਾ, ਕਿਉਂਕਿ ਇਹ ਓਵਰਨਾਈਟ ਨਹੀਂ ਹੁੰਦਾ। ਜਿਹੜਾ ਮੈਡਲ ਆਇਆ ਪਿਛਲੀ, ਇਹ ਮੇਰੇ 2005 ਵਾਲੇ ਬੱਚੇ ਹੈਗੇ ਆ, ਜਿਹੜੇ ਪਹਿਲੇ ਜਦੋਂ ਮੈਂ ਡਾਇਰੈਕਟਰ ਸਪੋਰਟਸ ਬਣਿਆ ਸੀ, ਜੇ ਉਦੋਂ ਦਾ ਇਹ ਨੀਂਹ ਪੱਥਰ ਰੱਖਿਆ ਸੀ ਤਾਂ ਅੱਜ ਉਹ ਸਾਨੂੰ ਮੈਡਲ ਲਿਆ ਕੇ ਉਹਨਾਂ ਨੇ ਦਿੱਤਾ ਹੈ। ਤੁਹਾਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਸਪੋਰਟਸ ਤੇ ਐਜੂਕੇਸ਼ਨ ਅਸੀਂ ਮੰਨੀਏ ਕਿ ਤਬਦੀਲੀਆਂ ਕੁਛ ਆਉਣਗੀਆਂ ਜਾਂ ਤੁਸੀਂ ਨਹੀਂ ਰੱਖਣ ਜਾ ਰਹੇ ਹੋਗੇ? ਨਹੀਂ, ਮੈਂ ਉਹਦੀ ਬੇਸਿਕਲੀ ਉਹਦਾ ਰੋਡ ਮੈਪ ਔਰ ਉਹਦਾ ਮਾਹੌਲ, ਕਿਉਂਕਿ ਦੇਖੋ ਯਾਦਵਿੰਦਰ, ਮਾਹੌਲ ਬਣਾਉਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਆ। ਜਿੰਨਾ ਚਿਰ ਤੁਸੀਂ ਕਿਸੇ ਚੀਜ਼ ਦਾ ਮਾਹੌਲ ਨਹੀਂ ਬਣਾਉਂਦੇ, ਉਨਾ ਚਿਰ ਤੁਸੀਂ ਉਹਦੇ ਤੋਂ ਗਾਂਹ ਨਹੀਂ ਵੱਧਦੇ। ਧੰਨਵਾਦ ਪ੍ਰਗਟ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਸਨ ਪ੍ਰਗਟ ਸਿੰਘ, ਜਿਹੜੇ ਸਿੱਖਿਆ ਮੰਤਰੀ ਤੇ ਸਪੋਰਟਸ ਮਿਨਿਸਟਰ ਨੇ, ਔਰ ਉਹਨਾਂ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਮਾਹੌਲ ਹੋਏਗਾ, ਔਰ ਉਹਨਾਂ ਨੇ ਆਲੋਚਨਾ ਕੀਤੀ ਹੈ ਮੋਦੀ ਸਰਕਾਰ ਦੀ ਕਿ ਮੋਦੀ ਸਰਕਾਰ ਅਜਿਹਾ ਨਾ ਕਰੇ ਜੋ ਕਿਸਾਨਾਂ ਦੇ ਐਂਟੀ ਹੋਵੇ, ਦੇਸ਼ ਤਾਂ ਹੀ ਬਿਹਤਰ ਹੋਏਗਾ। ਕੈਮਰਾਮੈਨ ਸ਼ਮਸ਼ੀਰ ਦੇ ਨਾਲ ਯਾਦਵਿੰਦਰ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।